कि असी मैदाने जंग दे विच तेगां दे नाल ते बड़ी बहादरी दे नाल, निश्चे दे नाल, दृढ़ता दे नाल लड़दे हैं, पर जदों मेज़ दे उपर आउंदे उदों असी गलबात दे विच फेल हो जांदे हां। सो असी इस वारी ये नहीं चाहते कि टेबल टॉक दे विच ਜਾਂ फिर इन्हां मुद्दिਆਂ ਦੇ बारे ਜਦੋਂ सरकार ਦੇ ਨਾਲ मीटिंग ਜਿਹੜੀ है वो मेज़ ਦੇ ਉੱਪਰ ਹੋਵੇ ਤੇ ਅਸੀਂ ਕਿਸੇ ਗੱਲ ਤੋਂ ਫੇਲ ਹੋ ਜਾਈਏ ਕਿ ਇਹ ਜਿਹੜੀ ਜਨ ਮਾਨਸਿਕਤਾ ਅੱਜ ਸਾਡੀ ਪਿੱਠ ਦੇ ਉੱਪਰ ਚਟਾਨ ਬਣ ਕੇ ਖੜੀ ਹੈ, ਕਿਤੇ ਇਹ ਮਾਨਸਿਕਤਾ ਇਹ ਨਾ ਕਵੇ ਕਿ ਇਹਨਾਂ ਲੀਡਰਾਂ ਨੇ, ਇਹਨਾਂ ਆਗੂਆਂ ਨੇ ਸਾਡੇ ਹਿੱਤਾਂ ਨੂੰ ਵੇਚ ਦਿੱਤਾ ਹੈ ਜਾਂ ਫਿਰ ਸਾਡੇ ਹਿੱਤਾਂ ਦੀ ਨੁਮਾਇੰਦਗੀ ਨਹੀਂ ਕੀਤੀ। ਮੈਂ ਤਾਂ ਇਤਿਹਾਸਕਾਰ ਹਾਂ, ਇਤਿਹਾਸ ਦੇ ਵਿੱਚੋਂ ਤੁਹਾਨੂੰ ਇੱਕ ਦੋ ਮਸਾਲਾ ਜ਼ਰੂਰ ਦੇਣਾ ਹੈ। ਅਸੀਂ ਇੱਥੇ ਕੋਈ ਭੀਖ ਮੰਗਣ ਨਹੀਂ ਆਏ, ਅਸੀਂ ਇੱਥੇ ਆਪਣੇ ਹੱਕ ਮੰਗ ਰਹੇ ਹਾਂ, ਔਰ ਹੱਕ ਉਹ ਮੰਗ ਰਹੇ ਹਾਂ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹਨਾਂ ਕਾਨੂੰਨਾਂ ਨੂੰ ਰੱਦ ਨਾ ਕੀਤਾ ਗਿਆ ਤੇ ਸਾਡੀ ਭਵਿੱਖ ਦੀ ਪੀੜ੍ਹੀ ਦੇ ਹਾਲਾਤ ਕੀ ਹੋਣਗੇ। ਅਸੀਂ ਸਾਰੇ ਜ਼ਿਆਦਾਤਰ ਪੰਜਾਬ ਤੋਂ ਹੀ ਆਏ ਹੋਏ ਹਾਂ ਜਿਹੜੇ ਇੱਥੇ ਬੈਠੇ, ਵੈਸੇ ਹੋਰ ਸੂਬਿਆਂ ਤੋਂ ਵੀ बहुत सारिया किसान जथेबंदियां ते किसान आगू आए ने। साडे खेतां दे विच जिहड़ी लेबर काम करदी है, किते तुसी उन्हां नूं एक सवाल करो कि तुसी कित्थों आए हो, वो कहणगे बिहार तो आए हो। तुसी की करदे हो, कहंदे खेती करदे आ। तुहाडे कोल किन्ने क खेत ने, वो कहणगे 6 खेत ने, 7 खेत ने, 8 खेत ने। पर इन्हां खेतां दे बावजूद उन्हां नूं पंजाब दे विच आके मजदूरी जां खेत मजदूरी क्यों करनी पै रही सी? क्योंकि जदों उन्हां दे वडेरियां दे जागण दा वेला सी, वो जागे नहीं। जदों उन्हां सूबियां दे विच दा मौका सी जां उन्हां दे वडेरियां नूं जागण दा वेला सी, वो वड्डे पੱਧਰ ਦੇ ਉੱਪਰ ਉੱਠ के जिस तरह दे नाल अज तुसीं संघर्ष कीता है जां जिस संघर्ष दे विच शामिल होए हो, उन्हां दे वडेरियां ने वो संघर्ष नहीं कीता ਤੇ ਅੱਜ ਉਹਨਾਂ ਦੀ ਜਿਹੜੀ ਔਲਾਦ ਹੈ ਉਹਨੂੰ ਮਜ਼ਦੂਰੀ ਕਰਨੀ ਪੈ ਰਹੀ ਹੈ। ਇਸੇ ਤਰ੍ਹਾਂ ਦੇ ਨਾਲ ਜੇਕਰ ਅੱਜ ਅਸੀਂ ਇਸ ਮੌਕੇ ਨੂੰ ਨਾ ਸੰਭਾਲਿਆ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ, ਜਿਹੜੀ ਆਉਣ ਵਾਲੀ ਉਮਤ ਹੈ, ਉਹ ਵੀ ਮਜ਼ਦੂਰ ਬਣ ਕੇ ਰਹਿ ਜਾਵੇਗੀ। ਮੈਂ ਇਹ ਨਹੀਂ ਕਹਿੰਦਾ ਕਿ ਮਜ਼ਦੂਰੀ ਕੋਈ ਮਾੜੀ ਗੱਲ ਹੈ, ਪਰ ਸਾਨੂੰ ਆਪਣੇ ਖੇਤਾਂ ਦੇ ਵਿੱਚ ਹੀ ਮਜ਼ਦੂਰੀ ਕਰਨੀ ਪਵੇਗੀ, ਪਰ ਸਾਡੇ ਖੇਤਾਂ ਦੀ ਮਲਕੀਅਤ ਜਿਹੜੀ ਹੈ ਹੋਰਨਾਂ ਲੋਕਾਂ ਦੇ ਕੋਲ ਹੋਵੇਗੀ। ਇਸ ਤਰ੍ਹਾਂ ਦੇ ਨਾਲ ਇਹਨਾਂ ਕਾਨੂੰਨਾਂ ਦੇ ਨਾਲ, ਇਹਨਾਂ ਸਾਰੇ ਵਰਤਾਰਿਆਂ ਦੇ ਨਾਲ ਸਾਡੇ ਸਟੇਟ ਨੂੰ, ਸਾਡੇ ਸੂਬੇ ਨੂੰ ਭਿੱਖ ਮੰਗਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ। ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ। ਕਿਤੇ ਤੁਹਾਨੂੰ, ਕਿਉਂਕਿ ਹੁਣ ਜਿੰਨੇ ਵੀ ਹੁਣ ਅਸੀਂ ਕਿਸਾਨ ਵੀਰ ਹਾਂ, ਸਾਡੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਨਾ ਕੋਈ ਬੱਚਾ, ਕੋਈ ਨਾ ਕੋਈ ਬੱਚੀ ਵਿਦੇਸ਼ਾਂ ਦੇ ਵਿੱਚ ਜ਼ਰੂਰ ਹੈ। ਬੋਲੀਵੀਆ ਸਟੇਟ ਦੇ ਬਾਰੇ, ਉਸ ਦੇਸ਼ ਦੇ ਬਾਰੇ ਪੜ੍ਹਨ ਦੀ ਕੋਸ਼ਿਸ਼ ਕਰਿਓ। ਉੱਥੋਂ ਦੀ ਸਰਕਾਰ ਨੇ ਵੀ ਇਹੀ ਕੁਝ ਕੀਤਾ ਸੀ, कारपोरेट घराणियां दे नाल सौदे करके, समझौते करके, जो अज साडी सरकार कर रही है। ते उत्थों दे हालात इवें दे हो गए सी कि उत्थों दे लोकां नूं पानी पीण वास्ते भी इन्हां कारपोरेट घराणियां तो पानी मुल लैना पैंदा सी। हालात इन्ने ज़्यादा माड़े हो गए कि लोकां दे कोल पानी खरीदण वास्ते पैसा नहीं सी, ते उन्हां ने बारिश दा पानी इकट्ठा करना ते पीण वास्ते वरतना। अखीर ਉਹ दिन भी आ गए ਜਦੋਂ कारपोरेट घराणिਆਂ ने सरकार दे नाल मिल के ਇਹ भी कानून बना दिता कि कुदरत दा पानी घर दे विच जमा करना भी चोरी है। सो जिन्ना चिर तक ਅਸੀਂ ਇਹਨਾਂ ਕਾਨੂੰਨਾਂ ਦੇ ਬਾਰੇ, ਇਹ ਜਿਹੜਾ ਮਾਡਲ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਵਿੱਚ, ਜਿੱਥੇ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਨੇ ਕਿਸਾਨਾਂ ਨੂੰ, ਜਿੱਥੇ ਖੇਤੀ ਦਾ ਬੀਮਾ ਵੀ ਹੈ, यूरोप ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕਾ ਮਾਡਲ ਹੈ। ਹੁਣ ਤਾਂ ਦੱਸਣ ਦਾ ਜ਼ਿਆਦਾ ਇੱਥੇ ਮੌਕਾ ਨਹੀਂ ਹੈ, पर जेकर तुसी तकरीबन पहली संसार जंग तो लैके रॉथचाइल्ड, उस तो बाद रॉकफेलर घराने, ये जिन्ना भी बहुत वड्डा संसार दा कारपोरेट सैक्टर है, ते जेकर तुसी अज दे समय च पढ़ना होवे ते एक किताब है सीड्स ऑफ डिस्ट्रक्शन, जिहड़ी रॉकफेलर घराणियां दे बारे है, जिन्हां दी कंपनी सी मनसैंटो, जिस कंपनी दी असीं मचैती वरतदे रहे हैं। सो ये इन्ने वड्डे घराणे ने, ये तुहाडी उपज दे उपर काबज होना चाहुंदे ने, क्योंकि पिछले समय दे विच उन्हां ने दो चीज़ां तो सब तो वध कमाई कीती है, एक हथियार वेचण तो ते दूजा दवाइयां वेचण तो बाद। हुण तीजा जिहड़ा अनाज दा भंडार है, वो सब तो वड्डा वो खेतर है जिहदे विच सब तो वध कमाई कीती जा सकदी है।
ਸੋ ਪਹਿਲੀ ਗੱਲ ਤੇ ਇਹ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਤੇ ਆਪਣੇ ਕਿੱਤੇ ਔਰ ਖਿੱਤੇ ਨੂੰ ਬਚਾਉਣਾ, ਇਹ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਦੂਸਰੀ ਗੱਲ, ਅਸੀਂ ਸਰਕਾਰ ਦੇ ਨਾਲ ਹੋਈਆਂ ਮੀਟਿੰਗਾਂ ਦੇ ਵਿੱਚ ਅੱਜ ਟੇਬਲ ਟਾਕ ਦੇ ਉੱਪਰ ਹਾਰ ਕੇ ਇਹ ਗੱਲ ਨਹੀਂ ਅਖਵਾਉਣੀ ਕਿ ਅਸੀਂ ਆਏ ਹੋਏ ਲੋਕਾਂ ਦੇ ਹਿੱਤਾਂ ਦੇ ਨਾਲ ਕੋਈ ਧੋਖਾ ਕੀਤਾ। ਅਗਲੀ ਗੱਲ, ਅਸੀਂ ਕੋਈ ਭੀਖ ਮੰਗਣ ਵਾਸਤੇ ਨਹੀਂ ਆਏ, ਅਸੀਂ ਹੱਕ ਮੰਗਣ ਵਾਸਤੇ ਆਏ ਆ, ਜਿਹੜੇ ਸਾਡੇ ਹੱਕ ਨੇ। ਕਿਉਂਕਿ ਜਦੋਂ ਦੇਸ਼ ਅੱਜ ਤੋਂ 50-60 ਸਾਲ ਅਸੀਂ ਪਿੱਛੇ ਚਲੇ ਜਾਈਏ ਤੇ ਜਦੋਂ ਇਸ ਦੇਸ਼ ਦੇ ਲੋਕਾਂ ਨੂੰ ਰੋਟੀ ਖਾਣ ਦੇ ਵਾਸਤੇ ਆਟਾ ਨਹੀਂ ਸੀ ਮਿਲਦਾ, ਇਹਨਾਂ ਦੇ ਕੋਲ ਚੌਲ ਨਹੀਂ ਸੀ ਔਰ ਖਾਣ ਦੇ ਵਾਸਤੇ ਕਣਕ ਵੀ ਰੂਸ ਵਰਗੇ ਦੇਸ਼ਾਂ ਤੋਂ ਮੰਗਾਈ ਜਾਂਦੀ ਸੀ, ਪੰਜਾਬ ਦੇ ਲੋਕਾਂ ਨੇ ਉਦੋਂ ਇਹਨਾਂ ਦਾ ਢਿੱਡ ਭਰਿਆ। ਉਦੋਂ ਸਾਡੀਆਂ ਬੜੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਸੀ ਕਿ ਪੰਜਾਬ ਦਾ ਕਿਸਾਨ ਅੰਨਦਾਤਾ ਹੈ, ਪੰਜਾਬ ਨੇ ਹਰੀ ਕ੍ਰਾਂਤੀ ਲਿਆ ਦਿੱਤੀ, ਪੰਜਾਬ ਨੇ ਚਿੱਟੀ ਕ੍ਰਾਂਤੀ ਲਿਆ ਦਿੱਤੀ, ਪੰਜਾਬ ਨੇ ਦੇਸ਼ ਦਾ ਢਿੱਡ ਭਰ ਦਿੱਤਾ। ਪਰ ਜਦ ਅੱਜ ਸਾਬੇ ਸੂਬਿਆਂ ਦੇ ਵਿੱਚ ਇਹਨਾਂ ਦੀ ਅਨਾਜ ਦੀ ਜਿਹੜੀ ਉਹ ਲੋੜ ਹੈ ਉਹਦੀ ਪੂਰਤੀ ਹੋਣ ਲੱਗੀ ਹੈ ਤੇ ਅੱਜ ਇਹ ਪੰਜਾਬ ਦੇ ਉਸ ਅੰਨਦਾਤੇ ਨੂੰ ਭਿਖਾਰੀ ਬਣਾਉਣਾ ਚਾਹੁੰਦੇ ਨੇ। ਇਤਿਹਾਸ ਦੇ ਵਿੱਚੋਂ ਇੱਕ ਉਦਾਹਰਨ ਦੇ ਕੇ ਤੁਹਾਡੇ ਨਾਲ ਗੱਲ ਸਮਾਪਤ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਭੇਜਿਆ ਹੋਇਆ ਇੱਕ ਸਫੀਰ, ਇੱਕ ਵਕੀਲ ਨੇ ਸਲਾਹ ਕਰਕੇ ਉਹਨੂੰ ਪਤਾ ਕੀ ਗੱਲ ਕਹੀ ਸੀ, ਉਹਨੇ ਕਿਹਾ ਸੀ ਕਿ ਸਾਨੂੰ ਥੋੜਾ ਬਹੁਤਾ ਕਣਕ, ਬਾਜਰਾ, ਜਵਾਰ, ਗਵਾਰਾ ਇਹ ਇਵਜ਼ ਦੇ ਵਜੋਂ ਦੇ ਲਿਆ ਕਰੋ ਤੇ ਅਸੀਂ ਤੁਹਾਡੇ ਇਸ ਇਲਾਕੇ ਦੇ ਵਿੱਚ ਕੋਈ ਨੁਕਸਾਨ ਨਹੀਂ ਕਰਾਂਗੇ। ਤੇ ਸਿੱਖਾਂ ਦੇ ਜਰਨੈਲਾਂ ਦਾ ਜਵਾਬ ਪਤਾ ਕੀ ਸੀ ਕਿ ਜਿਹੜੇ ਰਾਜੇ ਹੁੰਦੇ ਨੇ ਉਹ ਭਿਖਾਰੀਆਂ ਦੇ ਨਾਲ ਸੌਦੇ ਨਹੀਂ ਕਰਦੇ ਤੇ ਜਿਹੜੇ ਭਿਖਾਰੀ ਹੁੰਦੇ ਉਹ ਰਾਜੇ ਦੇ ਪੁੱਤਾਂ ਨੂੰ ਰਾਜ ਦੇਣ ਦੀ ਸ਼ਕਤੀ ਨਹੀਂ ਰੱਖਦੇ। ਸਾਨੂੰ ਇਹ ਗੱਲ ਆਪਣੇ ਹਿਰਦੇ 'ਚ ਵਸਾ ਲੈਣੀ ਚਾਹੀਦੀ ਹੈ ਕਿ ਅਸੀਂ ਉਸ ਦੇਸ਼ ਦੇ ਵਿੱਚ ਲੋਕਾਂ ਦਾ ਢਿੱਡ ਭਰਨ ਦੇ ਵਾਸਤੇ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਅਸੀਂ ਅੱਜ ਉਸ ਮਿਹਨਤ ਦੇ ਉੱਪਰ ਜਿਹੜਾ ਸਾਡੇ ਬਜ਼ੁਰਗਾਂ ਦਾ, ਜਿਹੜਾ ਸਾਡੇ ਪਰਿਵਾਰਾਂ ਦਾ ਖੂਨ ਪਸੀਨਾ ਡੁੱਲਿਆ, ਅਸੀਂ ਉਹਦਾ ਸੌਦਾ ਨਹੀਂ ਕਰਨਾ। ਅਸੀਂ ਆਪਣੇ ਹੱਕਾਂ ਦੀ ਅਣਦੇਖੀ ਨਹੀਂ ਹੋਣ ਦੇਣੀ। ਅਸੀਂ ਕੋਈ ਭੀਖ ਮੰਗਣ ਵਾਸਤੇ ਨਹੀਂ ਆਏ, ਅਸੀਂ ਆਪਣੇ ਹੱਕ ਲੈਣ ਵਾਸਤੇ ਆਏ ਹਾਂ। ਅਗਲੀ ਗੱਲ ਜਿਹੜੀ ਸਭ ਤੋਂ ਅਹਿਮ ਹੈ, ਜਿਹੜੀ ਮੈਂ ਪਹਿਲਾਂ ਵੀ ਕਹੀ ਸੀ ਕਿ ਇਹਨਾਂ ਕਾਨੂੰਨਾਂ ਦੇ ਬਾਰੇ, ਇਹਨਾਂ ਕਾਨੂੰਨਾਂ ਦੇ ਨੁਕਸਾਨ ਦੇ ਬਾਰੇ ਤਕਰੀਬਨ ਸਾਡੇ ਬੱਚੇ ਨੂੰ ਪਤਾ ਹੋਣਾ ਚਾਹੀਦਾ। ਅਸੀਂ ਇੱਥੇ ਇੱਕ ਅਖਬਾਰ ਵੀ ਸ਼ੁਰੂ ਕੀਤੀ ਹੋਈ ਹੈ, ਕਿਸਾਨ ਟਰਾਲੀ ਟਾਈਮਸ। ਉਹ ਇਸੇ ਕਰਕੇ ਸ਼ੁਰੂ ਕੀਤੀ ਹੈ ਕਿ ਜਿਹੜਾ ਗੋਦੀ ਮੀਡੀਆ ਸੀ ਉਹ ਇੱਕ ਸ਼ਰਾਰਤ ਕਰਦਾ ਸੀ। ਉਹ ਟਰਾਲੀਆਂ ਦੇ ਵਿੱਚ ਜਾਂਦੇ ਸੀ ਤੇ ਜਿਹੜੇ ਸਾਡੇ ਆਮ ਪਿੰਡਾਂ ਤੋਂ ਆਏ ਹੋਏ ਵੀਰ ਨੇ ਉਹਨਾਂ ਦੇ ਅੱਗੇ ਮਾਈਕ ਕਰਕੇ ਕਹਿੰਦੇ ਸੀ ਜੀ ਕਾਨੂੰਨਾਂ ਦੇ ਬਾਰੇ ਤੁਹਾਨੂੰ ਪਤਾ ਹੈ। ਬਹੁਤੇ ਵਿਚਾਰੇ ਵੀਰਾਂ ਨੂੰ ਨਹੀਂ ਸੀ ਪਤਾ, ਉਹ ਕਹਿੰਦੇ ਸੀ ਨਹੀਂ ਪਤਾ ਤੇ ਉਸੇ ਵੇਲੇ ਜਾ ਕੇ ਉਹ ਆਪਣੇ ਚੈਨਲਾਂ ਤੋਂ ਇਹ ਪ੍ਰਚਾਰ ਕਰਦੇ ਸੀ ਜੀ ਇਹਨਾਂ ਲੋਕਾਂ ਨੂੰ ਨਾ ਤਾਂ ਕਾਨੂੰਨਾਂ ਤੋਂ ਕੋਈ ਤੰਗੀ ਹੈ ਤੇ ਨਾ ਇਹਨਾਂ ਲੋਕਾਂ ਨੂੰ ਕਾਨੂੰਨਾਂ ਦੇ ਕਿਸੇ ਨੁਕਸਾਨ ਦਾ ਪਤਾ ਹੈ, ਨਾ ਇਹਨਾਂ ਨੂੰ ਫਾਇਦੇ ਦਾ ਪਤਾ ਹੈ। ਇਹ ਤਾਂ ਕਿਸਾਨ ਜਥੇਬੰਦੀਆਂ ਦੇ ਭੜਕਾਏ ਹੋਏ ਲੋਕ ਆ ਗਏ ਨੇ। ਸੋ ਬਿਨਾਂ ਮਤਲਬ ਤੋਂ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹਦੇ ਵਾਸਤੇ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਇਹ ਜਿਹੜੇ ਕਾਨੂੰਨ ਨੇ, ਇਹਨਾਂ ਦੇ ਜਿਹੜੇ ਨੁਕਸਾਨ ਨੇ, ਬੜੀ ਸੌਖੀ ਭਾਸ਼ਾ ਦੇ ਵਿੱਚ, ਸਹਿਜੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਜਿਹੜੇ ਨੇ ਉਹ ਸਾਂਝੇ ਕੀਤੇ ਜਾ ਸਕਣ। ਬਾਕੀ ਮੈਂ ਕੱਲ ਪਰਸੋਂ ਵੀ ਕਿੱਥੇ ਗੱਲ ਚੱਲੀ ਸੀ, ਨਿਹੰਗ ਜਥੇਬੰਦੀਆਂ ਆਈਆਂ ਸੀ ਤੇ ਉਹਨਾਂ ਦੇ ਨਾਲ ਵੀ ਇਹ ਗੱਲ ਚੱਲ ਰਹੀ ਸੀ ਕਿ ਇਸ ਸਾਰੇ ਧਰਮ ਦੇ ਵਿੱਚ, ਸਾਰੇ ਵਰਤਾਰੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਰਤ ਰਹੀ ਹੈ। ਆ ਜਿੰਨਾ ਤੁਸੀਂ ਲੰਗਰ ਵੇਖ ਰਹੇ ਆ, ਜਿੰਨਾ ਅਸੀਂ ਸੇਵਾ ਵੇਖ ਰਹੇ ਆ, ਇਹ ਕਿਸਾਨ ਸੰਘਰਸ਼ ਦਾ ਇੱਕ ਅਹਿਮ ਹਿੱਸਾ ਹੈ। ਤੇ ਇਹ ਅਹਿਮ ਹਿੱਸਾ ਇਸ ਕਰਕੇ ਹੈ ਕਿ ਜਦੋਂ ਅਸੀਂ ਕਿਰਤ ਕਰਨ ਦੀ ਗੱਲ ਕਰਦੇ ਆ, ਜਦੋਂ ਅਸੀਂ ਵੰਡ ਛਕਣ ਦੀ ਗੱਲ ਕਰਦੇ ਆ, ਨਾਮ ਜਪਣ ਦੀ ਗੱਲ ਕਰਦੇ ਆ, ਤੇ ਉਹਦੇ ਵਿੱਚ ਇਹ ਸਾਰੇ ਵਰਤਾਰੇ ਆ ਜਾਂਦੇ ਨੇ ਕਿ ਕਿਸਾਨ ਜਿਹੜਾ ਹੈ ਉਹ ਖੇਤੀ ਵੀ ਕਰਦਾ, ਉਹ ਵੰਡ ਕੇ ਵੀ ਛਕਦਾ, ਉਹ ਨਾਮ ਵੀ ਜਪਦਾ। ਤੇ ਜਿਹੜਾ ਸਾਰਾ ਤੁਸੀਂ ਇਸ ਸਾਰੇ ਸੰਘਰਸ਼ ਦੇ ਵਿੱਚ ਜਿਹੜੇ ਇਸ ਵਰਤਾਰੇ ਨੂੰ ਵੇਖ ਰਹੇ ਹੋ, ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਮੇਰੇ ਖਿਆਲ ਦੇ ਨਾਲ ਉਨੀਆਂ ਚੀਜ਼ਾਂ ਅਸੀਂ ਘਰ ਨਹੀਂ ਖਾ ਸਕਦੇ ਸਰਦੀਆਂ ਦੇ ਵਿੱਚ ਜਿੰਨੀਆਂ ਇੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੰਡੀਆਂ ਜਾ ਰਹੀਆਂ ਨੇ। ਦਵਾਈਆਂ ਤੋਂ ਲੈ ਕੇ ਖਾਣ ਪੀਣ ਵਾਲੀਆਂ ਵਸਤਾਂ ਤੋਂ ਲੈ ਕੇ ਕੱਪੜਿਆਂ ਤੱਕ ਜਿਸ ਤਰ੍ਹਾਂ ਦੇ ਨਾਲ ਖਿਆਲ ਰੱਖਿਆ ਜਾ ਰਿਹਾ ਹੈ, ਦੁਨੀਆ ਦੇ ਲੋਕ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਸ ਗੱਲ ਤੋਂ ਹੈਰਾਨ ਨੇ ਕਿ ਇਹਨਾਂ ਲੋਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹੜੀ ਵਿਚਾਰਧਾਰਾ ਭਰ ਦਿੱਤੀ ਹੈ ਕਿ ਇਹ ਸੰਘਰਸ਼ ਦੇ ਉੱਪਰ ਬੈਠੇ ਹੋਏ ਨੇ ਪਰ ਕਿਸੇ ਚੀਜ਼ ਦੀ ਤੰਗੀ ਨਹੀਂ। ਇਹ ਆਏ ਇਸ ਕਰਕੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਗੀ ਹੋਵੇਗੀ, ਪਰ
ਉਹਦੇ ਬਾਵਜੂਦ ਵੀ ਇਸ ਕੌਮ ਦਾ ਜਿਹੜਾ ਬੈਕਅਪ ਪਾਵਰ ਹੈ, ਜਿਹੜੀ ਪਿੱਛੇ ਸ਼ਕਤੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ੀ ਹੈ, ਉਹ ਕਿੰਨੀ ਵਿਲੱਖਣ ਹੈ ਕਿ ਇੱਥੇ ਕਿਸੇ ਚੀਜ਼ ਦੀ ਕੋਈ ਤੋਟ ਨਹੀਂ ਆ ਰਹੀ। ਪਰ ਮੈਂ ਫਿਰ ਜਿੱਥੋਂ ਆਪਣਾ ਵਿਖਿਆਨ ਸ਼ੁਰੂ ਕੀਤਾ ਸੀ ਉਸ ਗੱਲ ਤੇ ਆਵਾਂ। ਅਸੀਂ ਕਿਸੇ ਰਾਜਨੀਤਿਕ ਨੇਤਾ ਦੇ ਕੋਲੋਂ, ਕਿਸੇ ਆਗੂ ਦੇ ਕੋਲੋਂ ਭੀਖ ਲੈਣ ਵਾਸਤੇ ਨਹੀਂ ਆਏ ਤੇ ਨਾ ਹੀ ਇੱਕ ਸਿੱਖ ਦੀ ਝੋਲੀ ਕਿਸੇ ਦੀ ਦਿੱਤੀ ਹੋਈ ਭੀਖ ਦੀ ਮੁਹਤਾਜ ਹੈ। ਮੈਂ ਇਤਿਹਾਸ ਦੇ ਵਿੱਚੋਂ ਇੱਕ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਦੇ ਦੋ ਪੁੱਤਰਾਂ ਦੇ ਵਿੱਚ ਰਾਜਗੱਦੀ ਨੂੰ ਲੈ ਕੇ ਜੰਗ ਛਿੜ ਪਿਆ, ਤਾਰਾ ਆਜ਼ਮ ਦੇ ਵਿੱਚ ਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਵਿੱਚ। ਜਿਹੜਾ ਸ਼ਹਿਜ਼ਾਦਾ ਮੁਅੱਜ਼ਮ ਹੈ, ਭਾਈ ਨੰਦ ਲਾਲ ਜੀ ਦਾ ਸ਼ਾਗਿਰਦ ਸੀ, ਉਹਨਾਂ ਦੇ ਕੋਲ ਪੜ੍ਹਦਾ ਰਿਹਾ ਸੀ। ਉਹਨਾਂ ਦੇ ਕਹਿਣ ਦੇ ਉੱਪਰ, ਭਾਈ ਨੰਦ ਲਾਲ ਜੀ ਦੇ ਕਹਿਣ ਦੇ ਉੱਪਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕੀਤੀ। ਉਸ ਜੰਗ ਦੇ ਵਿੱਚ, ਜਿਹੜੀ ਆਗਰੇ ਦੇ ਕੋਲ ਜੰਗ ਹੋਈ, ਉਹਦੇ ਵਿੱਚ ਤਾਰਾ ਆਜ਼ਮ ਮਾਰਿਆ ਗਿਆ ਤੇ ਸ਼ਹਿਜ਼ਾਦਾ ਮੁਅੱਜ਼ਮ ਜੇਤੂ ਹੋਇਆ, ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਦਾ ਹੈ। ਜਦੋਂ ਬਹਾਦਰ ਸ਼ਾਹ ਰਾਜਗੱਦੀ ਦੇ ਉੱਪਰ ਬੈਠਾ ਤੇ ਉਹਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਨਮਾਨ ਬੜਾ ਕੀਤਾ, ਆਦਰ ਬੜਾ ਦਿੱਤਾ। ਉਸ ਨੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੂੰ ਸਨਮਾਨ ਦਿੱਤਾ ਜਿਸ ਤਰ੍ਹਾਂ ਗੁਰੂ ਸਾਹਿਬ ਹਿੰਦੁਸਤਾਨ ਦੇ ਸਭ ਤੋਂ ਵੱਡੇ ਧਾਰਮਿਕ ਰਹਿਬਰ ਹੋਣ। ਤੇ ਜਦੋਂ ਗੁਰੂ ਸਾਹਿਬ ਨੂੰ ਇਹ ਸਨਮਾਨ ਮਿਲਿਆ ਨਾ, ਤੇ ਜਿਹੜੇ ਉਹਦੇ ਆਲੇ ਦੁਆਲੇ ਵਜ਼ੀਰ ਸੀ, ਜਿਨ੍ਹਾਂ 'ਚ ਸਰ ਬੁਲੰਦ ਖਾਨ ਸੀ, ਦੋ ਚਾਰ ਹੋਰ ਵੀ ਉਹਦੇ ਜਿਹੜੇ ਨੇੜੇ ਦੇ ਕਾਜੀ ਸੀ, ਉਹਨਾਂ ਦੇ ਮਨ 'ਚ ਬੜੀ ਈਰਖਾ ਆਈ ਕਿ ਬਹਾਦਰ ਸ਼ਾਹ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੰਨੀ ਅਹਿਮੀਅਤ ਕਿਉਂ ਦੇ ਰਿਹਾ ਹੈ। ਉਹਨਾਂ ਨੇ ਬਹਾਦਰ ਸ਼ਾਹ ਦੇ ਕੰਨ ਭਰੇ। ਕਹਿੰਦੇ, ਬਹਾਦਰ ਸ਼ਾਹ, ਸੁਣਿਆ ਸਿੱਖਾਂ ਦਾ ਗੁਰੂ ਜਿਹੜਾ ਹੈ, ਇਹਨੇ ਆਪਣੀ ਤੇਗ ਦੇ ਨਾਲ 2-3 ਵਾਰੀ ਸ਼ੇਰ ਦਾ ਸ਼ਿਕਾਰ ਕੀਤਾ ਹੈ, ਤੇ ਕਿਉਂ ਨਾ ਜੈਜੋ ਦੇ ਜੰਗਲ ਦੇ ਵਿੱਚ ਬੜਾ ਆਦਮਖੋਰ ਸ਼ੇਰ ਹੈ, ਸਿੱਖਾਂ ਦੇ ਗੁਰੂ ਦੇ ਕੋਲੋਂ ਉਹਦਾ ਸ਼ਿਕਾਰ ਕਰਵਾਇਆ ਜਾਵੇ। ਤੇ ਮਨਸ਼ਾ ਤਾਂ ਪਿੱਛੇ ਇਹ ਸੀ ਕਿ ਗੁਰੂ ਜਿਹੜਾ ਉਹ ਮਾਰਿਆ ਜਾਵੇਗਾ, ਤੇ ਜਿਹੜੀ ਬਹਾਦਰ ਸ਼ਾਹ ਦੇ ਵਿੱਚ ਗੁਰੂ ਦੇ ਨਾਲ ਸਾਂਝ ਪੈ ਗਈ ਉਹ ਖਤਮ ਹੋ ਜਾਵੇਗੀ। ਜਦੋਂ ਗੁਰੂ ਸਾਹਿਬ ਦਰਬਾਰ ਦੇ ਵਿੱਚ ਆਏ ਤੇ ਬਹਾਦਰ ਸ਼ਾਹ ਕਹਿੰਦਾ ਹੈ ਕਿ ਮੇਰੇ ਅਹਿਲਕਾਰ ਕਹਿ ਰਹੇ ਨੇ ਕਿ ਪਾਤਸ਼ਾਹ ਤੁਸੀਂ ਸ਼ੇਰ ਦਾ ਸ਼ਿਕਾਰ ਬੜੀ ਵਾਰੀ ਕੀਤਾ ਹੈ, ਇਹ ਚਾਹੁੰਦੇ ਨੇ ਕਿ ਤੁਸੀਂ ਸਾਡੇ ਸਾਹਮਣੇ ਸ਼ੇਰ ਦਾ ਸ਼ਿਕਾਰ ਕਰੋ। ਤੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਸ਼ਾਮ ਦਾ ਹੀ ਵਕਤ ਰੱਖ ਲਓ, ਅਸੀਂ ਚਲੇ ਜਾਂਦੇ ਹਾਂ। ਬਹਾਦਰ ਸ਼ਾਹ ਘੋੜੇ ਤੇ ਸਵਾਰ ਹੋਇਆ, ਗੁਰੂ ਸਾਹਿਬ ਨਾਲ ਭਾਈ ਦਿਆ ਸਿੰਘ ਹੁਣੀ, ਇੱਕ ਸਰਦਾਰ ਰੌਸ਼ਨ ਸਿੰਘ ਹੁਣੀ, ਸਰ ਬੁਲੰਦ ਖਾਨ, ਸਾਰੇ ਬਹਾਦਰ ਸ਼ਾਹ ਦੇ ਜਰਨੈਲ ਤੇ ਗੁਰੂ ਸਾਹਿਬ ਦੇ ਨਾਲ 2-3 ਸਿੰਘ ਜੰਗਲ ਦੇ ਵਿੱਚ ਚਲੇ ਗਏ। ਸ਼ੇਰ ਦੀਆਂ ਪੈੜਾਂ ਤੋਂ ਪਤਾ ਲੱਗ ਗਿਆ ਕਿ ਸ਼ੇਰ ਦੀ ਜਿਹੜੀ ਗਾਰ ਹੈ, ਜਿਹੜੀ ਉਹਦੀ ਗੁਫਾ ਹੈ, ਕਿਸ ਪਾਸੇ ਹੈ। ਉਧਰ ਨੂੰ ਜਾ ਰਹੇ ਨੇ। ਸ਼ੇਰ ਦੀ ਜਦੋਂ ਦਹਾੜ ਸੁਣਾਈ ਦਿੱਤੀ ਤੇ ਉਸ ਵੇਲੇ ਸਰ ਬੁਲੰਦ ਖਾਨ ਕਲਗੀਧਰ ਪਾਤਸ਼ਾਹ ਨੂੰ ਕਹਿੰਦਾ, ਪਾਤਸ਼ਾਹ ਸ਼ੇਰ ਉਸ ਪਾਸੇ ਹੈ, ਸਾਨੂੰ ਉਸ ਪਾਸੇ ਜਾ ਕੇ ਉਹਦਾ ਸ਼ਿਕਾਰ ਕਰਨਾ ਪਵੇਗਾ। ਜਦੋਂ ਪਾਤਸ਼ਾਹ ਨੇ ਘੋੜੇ ਦੀਆਂ ਵਾਗਾਂ ਉਧਰ ਮੋੜਨ ਦੇ ਵਾਸਤੇ ਅੱਡੀ ਲਾਈ ਤੇ ਰੌਸ਼ਨ ਸਿੰਘ ਅੱਗੇ ਆ ਕੇ ਖਲੋ ਗਿਆ। ਕਹਿੰਦਾ, ਪਾਤਸ਼ਾਹ ਇਹ ਕਿਵੇਂ ਹੋ ਸਕਦਾ ਹੈ, ਸਿੱਖ ਗੁਰੂ ਦਾ ਗੁਰੂ ਦੇ ਸਾਹਮਣੇ ਹੋਵੇ ਤੇ ਸ਼ੇਰ ਦਾ ਸ਼ਿਕਾਰ ਕਰਨ ਗੁਰੂ ਜਾਵੇ, ਪਹਿਲਾਂ ਸਿੱਖ ਜਾਵੇਗਾ। ਜਦੋਂ ਬਹਾਦਰ ਸ਼ਾਹ ਇਹ ਵੇਖ ਰਿਹਾ ਹੈ ਤੇ ਗੁਰੂ ਸਾਹਿਬ ਨੂੰ ਰੋਕ ਲਿਆ ਰੌਸ਼ਨ ਸਿੰਘ ਨੇ, ਤੇ ਰੌਸ਼ਨ ਸਿੰਘ ਕਹਿੰਦਾ, ਪਾਤਸ਼ਾਹ ਸ਼ਿਕਾਰ ਕਰਨ ਮੈਂ ਜਾਣਾ। ਉਹਦੇ ਗਾਤਰੇ ਦੇ ਵਿੱਚ ਛੋਟੀ ਕਿਰਪਾਨ ਸੀ ਤੇ ਹੱਥ ਦੇ ਵਿੱਚ ਡੰਡਾ ਸੀ। ਤੇ ਪਾਤਸ਼ਾਹ ਕਹਿੰਦੇ, ਰੌਸ਼ਨ ਸਿੰਘ, ਜੇ ਤੂੰ ਸ਼ੇਰ ਦਾ ਸ਼ਿਕਾਰ ਕਰਨ ਤੂੰ ਜਾਣਾ ਤੇ ਸ਼ਮਸ਼ੀਰ ਮੇਰੀ ਲੈ ਜਾ, ਤੇਗ ਮੇਰੀ ਲੈ ਜਾ। ਕਹਿੰਦਾ, ਨਹੀਂ ਪਾਤਸ਼ਾਹ, ਸ਼ਿਕਾਰ ਵੀ ਡੰਡੇ ਦੇ ਨਾਲ ਕਰਨਾ ਹੈ, ਜੇ ਤੇਰੀ ਤੇਗ ਨਾ ਦਿੱਤਾ ਤੇ ਬਹਾਦਰ ਸ਼ਾਹ ਨੇ ਕਹਿਣਾ ਕੋਈ ਸ਼ਮਸ਼ੀਰ 'ਚ ਕਰਾਮਾਤ ਹੋਣੀ ਹੈ। ਚਲਾ ਗਿਆ ਗੁਰੂ ਦਾ ਸਿੱਖ, ਜਾ ਕੇ ਸ਼ੇਰ ਦੇ ਨਾਲ 2 ਹੱਥ ਹੋ ਗਏ। ਅਖੀਰ ਵਾਰ ਕਰਦਿਆਂ ਉਹਦੇ ਇੱਕ ਐਸਾ ਸਿਰ ਦੇ ਵਿੱਚ ਡਾਂਗ ਮਾਰੀ ਕਿ ਸ਼ੇਰ ਜਿਹੜਾ ਸੀ ਜ਼ਮੀਨ ਤੇ ਡਿੱਗ ਪਿਆ। ਕਮਰ ਕੱਸਾ ਖੋਲਿਆ ਤੇ ਸ਼ੇਰ ਦੇ ਪੈਰਾਂ ਨੂੰ ਪਾ ਕੇ ਵੱਲ ਤੇ ਬਹਾਦਰ ਸ਼ਾਹ ਦੇ ਅੱਗੇ ਸੁੱਟ ਦਿੱਤਾ। ਕਹਿੰਦਾ, ਬਹਾਦਰ ਸ਼ਾਹ, ਆਹ ਹੀ ਆਦਮਖੋਰ ਸ਼ੇਰ ਜਿਹਦਾ ਤੂੰ ਕਹਿੰਦਾ ਸੀ ਸ਼ਿਕਾਰ ਕਰਾਉਣਾ ਹੈ। ਬਹਾਦਰ ਸ਼ਾਹ ਨੇ ਜ਼ਮੀਨ ਤੋਂ ਹੱਥ ਲਾ ਕੇ ਕੰਨਾਂ ਨੂੰ ਹੱਥ ਲਾਏ। ਕਹਿੰਦਾ, ਲਾਹੌਲ ਕੁਬਤਿल्ला, ਆਪਣੇ ਗਲਾਂ ਦੇ ਵਿੱਚੋਂ ਲਾ ਕੇ ਨਾ ਮੋਤੀਆਂ ਦੀ ਮਾਲਾ ਤੇ ਆਪਣੇ ਰੌਸ਼ਨ ਸਿੰਘ ਦੀ ਝੋਲੀ ਦੇ ਵਿੱਚ ਪਾਉਣ ਲੱਗਾ ਤੇ ਰੌਸ਼ਨ ਸਿੰਘ ਪਿੱਛੇ ਹੋ ਗਿਆ। ਕਹਿੰਦਾ, ਤੂੰ ਮੇਰੇ ਕੋਲ ਕੋਈ ਇਨਾਮ ਨਹੀਂ ਲੈਣਾ? ਕਹਿੰਦਾ, ਨਹੀਂ ਬਹਾਦਰ ਸ਼ਾਹ, ਇਸ ਝੋਲੀ ਦੇ ਵਿੱਚ ਕੋਈ ਇਨਾਮ ਪਾ ਸਕਦਾ ਹੈ ਤੇ ਮੇਰਾ ਗੁਰੂ। ਮੇਰੇ ਗੁਰੂ ਤੋਂ ਬਿਨਾ ਕੋਈ ਵੀ ਇਹ ਝੋਲੀ ਨਹੀਂ ਭਰ ਸਕਦਾ। ਸੋ ਅਸੀਂ ਜੋ ਮੰਗਣਾ ਆਪਣੇ ਗੁਰੂ ਕੋ ਮੰਗਣਾ ਹੈ ਤੇ ਉਸ ਗੁਰੂ ਦੀ ਵਿਚਾਰਧਾਰਾ ਦੇ ਨਾਲ ਅਸੀਂ ਆਪਣੇ ਹੱਕਾਂ ਦੀ ਗੱਲ ਕਰਨ ਆਏ ਆ। ਜਿਸ ਤਰ੍ਹਾਂ ਪੰਧੇਰ ਸਾਹਿਬ ਨੇ ਕਿਹਾ, ਕਾਨੂੰਨ ਮਾਫ ਵਾਪਸ ਹੁੰਦੇ ਜਾਂ ਨਹੀਂ ਹੁੰਦੇ, ਉਹ ਗੱਲ ਇੱਕ ਵੱਖਰੀ ਹੈ। ਪਰ ਇੱਕ ਗੱਲ ਬੜੀ ਸਪਸ਼ਟ ਹੈ
ਕਿ ਜਦੋਂ ਅਬਦਾਲੀ ਦੇ ਵਕੀਲ ਦੇ ਨਾਲ ਸਿੰਘਾਂ ਦੀ ਵਾਰਤਾਲਾਪ ਹੋਈ ਸੀ ਤਾਂ ਉਸਨੇ ਨਾ ਨਕਸ਼ਾ ਥੱਲੇ ਜ਼ਮੀਨ ਤੇ ਬਣਾ ਦਿੱਤਾ ਤੇ ਕਹਿੰਦਾ ਕਿ ਦੱਸੋ ਤੁਸੀਂ ਇੱਥੇ ਕਿੱਥੋਂ ਦੀ ਨਵਾਬੀ ਲੈਣਾ ਚਾਹੁੰਦੇ ਹੋ। ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਾਰੇ ਨਕਸ਼ੇ ਦੇ ਦੁਆਲੇ ਕਿਰਪਾਨ ਦੀ ਲੀਰ ਖਿੱਚ ਕੇ ਪਤਾ ਕੀ ਕਿਹਾ ਸੀ, ਕਹਿੰਦਾ ਇਹ ਤੇ ਸਾਰਾ ਹੀ ਸਾਡਾ, ਤੂੰ ਸਾਨੂੰ ਇੱਥੇ ਕੀ ਦੇਣਾ ਚਾਹੁੰਦਾ। ਸੋ ਬੇਸ਼ੱਕ ਇਹ ਕਾਨੂੰਨ ਨਾ ਵੀ ਰੱਦ ਕਰਨ, ਪੰਜਾਬ ਸਾਡਾ ਹੈ, ਪੰਜਾਬ ਦੇ ਵਿੱਚ ਕਾਰਪੋਰੇਟ ਸੈਕਟਰ ਨੂੰ ਵੜਨ ਨਹੀਂ ਦੇਵਾਂਗੇ, ਇਹਨਾਂ ਨੂੰ ਉੱਥੇ ਕਾਨੂੰਨ ਲਾਗੂ ਨਹੀਂ ਕਰਨ ਦੇਵਾਂਗੇ। ਸੋ ਇੰਨੀਆਂ ਬੇਨਤੀਆਂ ਮੇਰੀਆਂ ਪ੍ਰਵਾਨ। ਤਕਰੀਬਨ ਇਸ ਸਟੇਜ ਦੇ ਉੱਪਰ ਮੈਂ ਰੋਜ਼ ਹੀ ਹਾਜ਼ਰੀ ਭਰਦਾ। 13 ਤਰੀਕ ਨੂੰ ਉਸ ਸਟੇਜ ਤੇ ਗਿਆ ਸੀ ਤੇ ਜਦੋਂ ਮੈਂ ਗੱਲ ਕੀਤੀ ਸਿੱਖੀ ਦੀ, ਮੈਂ ਕਿਹਾ ਲੋਕਾਂ ਦੇ ਲੋਕ ਵਿਹਾਰ ਦੇ ਅੱਗੇ ਹੁਣ ਲੋਕਾਂ ਨੇ ਆਪਣੇ ਹਿੱਤਾਂ ਦੇ ਨਾਲ ਤੁਹਾਨੂੰ ਧੋਖਾ ਨਹੀਂ ਕਰਨ ਦੇਣਾ। ਤੇ ਉੱਥੋਂ ਦੇ ਨੇਤਾ ਜਿਹੜੇ ਸੀ ਮੇਰੇ ਨਾਲ ਨਾਰਾਜ਼ ਹੋ ਗਏ, ਕਹਿੰਦੇ ਤੂੰ ਸਿੱਖੀ ਦੀ ਗੱਲ ਕਰਦਾ, ਤੈਨੂੰ ਇੱਥੇ ਬੋਲਣ ਨਹੀਂ ਦੇਣਾ। ਪਰ ਇਹ ਤਾਂ ਸਾਡੀ ਮਾਝੇ ਵਾਲਿਆਂ ਦੀ ਇੱਕ ਤਰ੍ਹਾਂ ਦੀ ਸਟੇਜ ਹੈ। ਇੱਥੇ ਤਾਂ ਗੱਲ ਵੀ ਜਦੋਂ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੁੰਦੀ ਹੈ ਤੇ ਅਸੀਂ ਰੋਜ਼ ਇੱਥੇ ਤੁਹਾਡੇ ਨਾਲ ਇਤਿਹਾਸ ਦੀਆਂ ਵਿਚਾਰਾਂ ਕਰਦੇ ਹਾਂ। ਗੱਲ ਫਿਰ ਉੱਥੇ ਅਸੀਂ ਕਹਿੰਦੇ ਆ ਸਰਕਾਰ ਦੇ ਨਾਲ ਗੱਲਬਾਤ ਦੇ ਦਰਵਾਜ਼ੇ ਖੁੱਲੇ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਤੋਂ ਬਾਅਦ ਵੀ ਜ਼ਫਰਨਾਮਾ ਲਿਖ ਕੇ ਬਹਾਦਰ ਸ਼ਾਹ ਦੇ ਨਾਲ ਗੱਲਬਾਤ, ਔਰੰਗਜ਼ੇਬ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕੀਤੇ। ਗੱਲਬਾਤ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ। ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਰਕਾਰ ਪੈਰਾਮੀਟਰ ਕੀ ਡਿਸਾਈਡ ਕਰਦੀ ਹੈ। ਅਸੀਂ ਭੀਖ ਲੈਣ ਵਾਸਤੇ ਨਹੀਂ ਆਏ, ਅਸੀਂ ਹੱਕ ਲੈਣ ਵਾਸਤੇ ਆਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।